नरेंद्र मोदी ने एम्स हस्पताल 'ਚ ਲਗਵਾਈ ਕੋਰੋਨਾ ਵੈਕਸੀਨ। ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਸ਼ੁਰੂ। 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਇਆ ਜਾਵੇਗਾ ਟੀਕਾ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ 1 ਮਾਰਚ ਤੋਂ ਸ਼ੁਰੂ। ਕਿਸਾਨਾਂ ਲਈ ਅਹਿਮ ਫੈਸਲਿਆਂ ਦੀ ਉਮੀਦ। ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਘੇਰਾਬੰਦੀ ਦੀ ਸ਼ੰਕਾ। कैबिनेट मंत्री सुखजिंदर रंधावा की कोरोना रिपोर्ट ਨੂੰ ਲੈ ਕੇ ਉੱਠੇ सवाल। 24 घंटिया 'ਚ 3 ਟੈਸਟ, कदी पॉजिटिव ਤੇ कदी नैगेटिव। मेरठ की महापंचायत 'ਚ बीजेपी ਤੇ गरजे भगवंत मान। ताड़ियां नाल गूंज उठिया पंडाल। भगवंत मान ने कहा किसानां ਨੂੰ ਅੱਤਵਾਦੀ ਕਹਿਣ ਵਾਲੀ बीजेपी करे शर्म। पंजाब विधान सभा का बजट सैशन ਅੱਜ 1 मार्च ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਬਜਟ ਦੇ ਵਿੱਚ ਕਿਸਾਨਾਂ ਲਈ ਕਈ ਅਹਿਮ ਫੈਸਲੇ ਲਏ ਜਾਣ ਦੀ ਉਮੀਦ ਹੈ। ਦੂਜੇ ਪਾਸੇ ਸੈਸ਼ਨ ਦੌਰਾਨ ਹੰਗਾਮਾ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਦੱਸਦੀ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਅਕਾਲੀ ਦਲ ਨੇ ਵਿਧਾਨ ਸਭਾ ਦੀ ਘੇਰਾਬੰਦੀ ਕਰਨ ਦਾ ਐਲਾਨ ਕੀਤਾ ਹੈ। ਪਰ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ ਦੇ ਦੌਰਾਨ ਹੰਗਾਮਾ ਹੋਣ ਦੀ ਪੂਰੀ ਉਮੀਦ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨ ਦੀ ਪੂਰੀ ਰਣਨੀਤੀ ਤਿਆਰ ਕੀਤੀ ਹੋਈ ਹੈ। ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਉਹ ਸਭ ਤੋਂ ਪਹਿਲਾਂ ਰੈਲੀ ਕੱਢਣਗੇ, ਜਿਸ ਤੋਂ ਬਾਅਦ ਵਿਧਾਨ ਸਭਾ ਦਾ ਘਿਰਾਓ ਕਰਨਗੇ। ਉਧਰ ਹੀ ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਬਜਟ ਸੈਸ਼ਨ ਕਾਫੀ ਹੰਗਾਮੇਦਾਰ ਹੋ ਸਕਦਾ ਹੈ। ਦੱਸਦੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠਾਂ ਕੈਬਨਿਟ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦਾ 14ਵਾਂ ਬਜਟ ਇਜਲਾਸ ਸਦਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵੇਲੇ ਦੀ ਵੱਡੀ ਖਬਰ, ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ ਦੇ ਦੌਰਾਨ ਹੰਗਾਮਾ ਹੋਣ ਦੀ ਪੂਰੀ ਉਮੀਦ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨ ਦੀ ਪੂਰੀ ਰਣਨੀਤੀ ਤਿਆਰ ਕੀਤੀ ਹੋਈ ਹੈ। ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਉਹ ਸਭ ਤੋਂ ਪਹਿਲਾਂ ਰੈਲੀ ਕੱਢਣਗੇ, ਜਿਸ ਤੋਂ ਬਾਅਦ ਵਿਧਾਨ ਸਭਾ ਦਾ ਘਿਰਾਓ ਕਰਨਗੇ। ਉਧਰ ਹੀ ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਬਜਟ ਸੈਸ਼ਨ ਕਾਫੀ ਹੰਗਾਮੇਦਾਰ ਹੋ ਸਕਦਾ ਹੈ। ਦੱਸਦੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠਾਂ ਕੈਬਨਿਟ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦਾ 14ਵਾਂ ਬਜਟ ਇਜਲਾਸ ਸਦਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਦੇ ਏਮਸ ਹਸਪਤਾਲ ਵਿੱਚ ਅੱਜ ਪਹਿਲੀ ਕੋਰੋਨਾ ਵੈਕਸੀਨ ਲਗਵਾਈ ਹੈ। ਇਸ ਦੇ ਨਾਲ ਹੀ ਸਾਰੇ ਮੁੱਖ ਮੰਤਰੀਆਂ ਨੂੰ ਵੀ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਦੱਸਦੇ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਦੇ ਅਤੇ 45 ਸਾਲ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ। ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੇ ਏਮਸ ਹਸਪਤਾਲ ਦੇ ਵਿੱਚ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 7:30 ਵਜੇ ਏਮਸ ਹਸਪਤਾਲ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕੀਤੀ। ਵੈਕਸੀਨ ਲਗਵਾਉਣ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਡੇ ਡਾਕਟਰਾਂ ਅਤੇ ਵਿਗਿਆਨਕਾਂ ਨੇ ਕੋਰੋਨਾ ਵਿਰੁੱਧ ਵਿਸ਼ਵ ਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਹੋਰ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਕਮਾਲ ਕੰਮ ਕਰ ਰਹੇ ਨੇ। ਤੇ ਇਸ ਦੇ ਨਾਲ ਹੀ ਪੀਐਮ ਮੋਦੀ ਨੇ ਲਿਖਿਆ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜਿਹੜੇ ਵੈਕਸੀਨ ਲੈਣ ਦੇ ਯੋਗ ਨੇ, ਆਓ ਮਿਲ ਕੇ ਭਾਰਤ ਨੂੰ ਕੋਰੋਨਾ ਤੋਂ ਆਜ਼ਾਦ ਕਰਾਈਏ। ਦੱਸਦੇ ਕਿ ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਜਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਪੜਾਅ ਦੇ ਵਿੱਚ 45 ਸਾਲ ਤੋਂ ਵੱਧ ਦੀ ਉਮਰ ਦੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ ਤੇ ਇਸੇ ਤਹਿਤ ਅੱਜ ਪੀਐਮ ਮੋਦੀ ਵੀ ਏਮਸ ਹਸਪਤਾਲ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕੀਤੀ। ਪੰਜਾਬ 'ਚ ਮੁੜ ਤੋਂ ਕੋਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਨੇ। ਉੱਥੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਕੋਰੋਨਾ ਰਿਪੋਰਟ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ। ਮੰਤਰੀ ਸੁਖਜਿੰਦਰ ਰੰਧਾਵਾ ਦੀ ਕੋਰੋਨਾ ਰਿਪੋਰਟ ਕਦੀ ਨੈਗੇਟਿਵ ਤੇ ਕਦੀ ਪੋਜ਼ਿਟਿਵ ਆ ਰਹੀ ਹੈ। ਦਰਅਸਲ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਵੀ ਕੀਤਾ ਸੀ। ਤੇ ਜਦੋਂ ਰੰਧਾਵਾ ਨੇ ਪੰਜਾਬ ਦੇ ਸਿਹਤ ਵਿਭਾਗ ਤੋਂ ਟੈਸਟ ਕਰਵਾਇਆ ਤਾਂ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਤੇ ਫਿਰ ਜਦੋਂ ਉਹਨਾਂ ਨੇ ਨਿੱਜੀ ਲੈਬ ਤੋਂ ਟੈਸਟ ਕਰਵਾਇਆ ਤਾਂ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ, ਜਿਸ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦੀਆਂ ਇਹਨਾਂ ਰਿਪੋਰਟਾਂ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੱਕੋ ਜਿਹੇ ਨਤੀਜੇ ਕਿਉਂ ਨਹੀਂ ਆ ਰਹੇ। ਪੰਜਾਬ ਦੇ ਵਿੱਚ ਕੋਰੋਨਾ ਦੀ ਟੈਸਟ ਰਿਪੋਰਟ ਨੂੰ ਲੈ ਕੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਹੋ ਗਏ ਨੇ। ਮੰਤਰੀ ਸੁਖਜਿੰਦਰ ਰੰਧਾਵਾ ਦੀ ਰਿਪੋਰਟ ਕਦੇ ਪੋਜ਼ਿਟਿਵ ਅਤੇ ਕਦੀ ਨੈਗੇਟਿਵ ਆ ਰਹੀ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੋ ਗਏ ਨੇ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਪਹਿਲਾਂ ਵੀ ਕੋਰੋਨਾ ਹੋ ਚੁੱਕਿਆ ਹੈ, ਜਿਸ ਦੇ ਬਾਅਦ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਵੀ ਕੀਤਾ ਸੀ ਤੇ ਹੁਣ ਦੁਬਾਰਾ ਉਹਨਾਂ ਨੇ ਜੋ ਪੰਜਾਬ ਸਿਹਤ ਵਿਭਾਗ ਦੇ ਵਿੱਚ ਆਪਣਾ ਟੈਸਟ ਕਰਾਇਆ ਤਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਉਸ ਦੇ ਬਾਅਦ ਤੋਂ ਉਹਨਾਂ ਨੇ ਲਗਾਤਾਰ 2 ਹੋਰ ਟੈਸਟ ਕਰਵਾਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਤਸਵੀਰਾਂ 'ਚ ਰੰਧਾਵਾ ਦੀ ਇਹ ਪਹਿਲੀ ਰਿਪੋਰਟ ਹੈ ਜੋ ਉਹਨਾਂ ਨੇ ਸਿਹਤ ਵਿਭਾਗ ਦੇ ਵਿੱਚ ਟੈਸਟ ਕਰਾਇਆ।
ਕੁਝ ਦਿਨ ਪਹਿਲਾਂ ਹੀ ਤਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਈ, ਜਿਸ ਦੇ ਬਾਅਦ ਕੱਲ ਉਹਨਾਂ ਨੇ ਇੱਕ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਨੈਗੇਟਿਵ ਆਈ ਤੇ ਤੀਜਾ ਟੈਸਟ ਪੀਜੀਆਈ ਚੰਡੀਗੜ੍ਹ ਤੋਂ ਕਰਵਾਇਆ ਜਿਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜਿਸ ਦੇ ਬਾਅਦ ਹੁਣ ਸੁਖਜਿੰਦਰ ਰੰਧਾਵਾ ਦੀਆਂ ਇਹਨਾਂ ਰਿਪੋਰਟਾਂ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਇੱਕ ਜਿਹੇ ਨਤੀਜੇ ਰਿਪੋਰਟਾਂ ਦੇ ਵਿੱਚ ਕਿਉਂ ਨਹੀਂ ਆ ਰਹੇ। ਕਰੋਨਾ ਕਾਲ ਦੀ ਸ਼ੁਰੂਆਤ ਦੇ ਵਿੱਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਤੇ ਹੁਣ ਜਦੋਂ ਦੁਬਾਰਾ ਕਰੋਨਾ ਰਫ਼ਤਾਰ ਫੜ ਰਿਹਾ ਤਾਂ ਉਦੋਂ ਪੰਜਾਬ ਦੇ ਮੰਤਰੀ ਨੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਰਿਪੋਰਟ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਜੋ ਕਦੇ ਪੋਜ਼ਿਟਿਵ ਅਤੇ ਕਦੇ ਨੈਗੇਟਿਵ ਆ ਰਹੀ ਹੈ, ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਕਰੋਨਾ ਟੈਸਟਿੰਗ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਆਖਰਕਾਰ ਰਿਪੋਰਟ ਦੇ ਨਤੀਜੇ ਇੱਕੋ ਜਿਹੇ ਕਿਉਂ ਨਹੀਂ ਆਉਂਦੇ। ਲਾਲ ਕਿਲੇ ਦੀ ਹਿੰਸਾ ਤੋਂ ਬਾਅਦ ਗ੍ਰਿਫਤਾਰ ਦੀਪ ਸਿੱਧੂ ਨੇ ਕੋਰਟ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ, ਜਿਸ ਦੌਰਾਨ ਦੀਪ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਉਹ 26 ਜਨਵਰੀ ਵਾਲੇ ਦਿਨ ਭੀੜ ਨੂੰ ਕੰਟਰੋਲ ਕਰਨ ਲਈ ਦਿੱਲੀ ਪੁਲਿਸ ਦੀ ਮਦਦ ਕਰ ਰਿਹਾ ਸੀ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸੀ ਨੇਤਾ ਰਵਨੀਤ ਬਿੱਟੂ ਭੜਕ ਉੱਠੇ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਮਦਦ ਕਰਨ ਦੀ ਕੀ ਲੋੜ ਸੀ। ਦਿੱਲੀ ਪੁਲਿਸ ਤਾਂ ਕਿਸਾਨਾਂ ਨੂੰ ਲਾਠੀ ਚਾਰਜ ਕਰ ਰਹੀ ਸੀ, ਇਸ ਲਈ ਸ਼ੇਰਾਂ ਵਾਂਗੂ ਸਵੀਕਾਰ ਕਰੋ ਕਿ ਅਸੀਂ ਕਿਸਾਨਾਂ ਲਈ ਦਿੱਲੀ ਆਏ ਸੀ। ਤੁਹਾਨੂੰ ਕਿਹਨੇ ਕਿਹਾ ਸੀ ਪੁਲਿਸ ਦੀ ਮਦਦ ਕਰਨੀ ਜੀ? ਪੁਲਿਸ ਤਾਂ ਲੋਕਾਂ ਨੂੰ ਉਦੋਂ ਕੁੱਟ ਰਹੀ ਸੀ, ਮਾਰ ਰਹੀ ਸੀ, ਆਪਾਂ ਪੁਲਿਸ ਤੋਂ ਮਦਦ ਕਰਕੇ ਕੀ ਲੈਣਾ ਸੀ? ਸ਼ੇਰਾਂ ਵਾਂਗੂ ਸਵੀਕਾਰ ਕਰੋ ਵੀ ਠੋਕ ਕੇ ਅਸੀਂ ਭਾਈ ਬੈਠੇ ਸੀ ਕਿਸਾਨਾਂ ਦੇ ਲਈ ਅਸੀਂ ਦਿੱਲੀ ਆਏ ਆ। ਦਿੱਲੀ 'ਚ ਅਸੀਂ ਜਿਹੜਾ ਹੈ ਉਹ ਝੰਡਾ ਖਾਲਸੇ ਦਾ ਲਹਿਰਾਇਆ। ਕੀ ਦੀਪ ਸਿੱਧੂ ਨੇ ਮਾਰਿਆ ਯੂ-ਟਰਨ? ਕਿਉਂ ਐਮਪੀ ਬਿੱਟੂ ਦੇ ਰਹੇ ਸਿੱਧੂ ਨੂੰ ਸ਼ੇਰ ਬਣਨ ਦੀ ਸਲਾਹ? ਕੀ ਜੇਲ੍ਹ 'ਚ ਬੰਦ ਸਿੱਧੂ ਲੜਾ ਰਿਹਾ ਹੈ ਕੋਈ ਨਵੀਂ ਸਕੀਮ? ਝੂਲ ਦੇ ਨਿਸ਼ਾਨ ਰਹਿਣ ਮਹਾਰਾਜ, ਝੂਲ ਦੇ ਨਿਸ਼ਾਨ ਰਹਿਣ ਅੰਤ ਮਹਾਰਾਜ ਕੇ। ਇਹ ਸਾਰੇ ਸਵਾਲ ਦੀਪ ਸਿੱਧੂ ਦੇ ਵੱਲੋਂ ਅਦਾਲਤ ਵਿੱਚ ਲਗਾਈ ਇੱਕ ਅਰਜ਼ੀ ਦੇ ਬਾਅਦ ਖੜੇ ਹੋ ਰਹੇ ਨੇ, ਜਿਹਦੇ 'ਚ ਸਿੱਧੂ ਨੇ ਮਸਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ 26 ਜਨਵਰੀ ਵਾਲੇ ਦਿਨ ਉਹ ਲਾਲ ਕਿਲੇ ਤੇ ਦਿੱਲੀ ਪੁਲਿਸ ਦੀ ਮਦਦ ਕਰ ਰਿਹਾ ਸੀ ਤਾਂ ਜੋ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਇੱਥੇ ਨਹੀਂ, ਇੱਕ ਰਾਤ ਪਹਿਲਾਂ ਤੱਕ ਵਹਾਅ 'ਚ ਵਹਿਣ ਦੀਆਂ ਗੱਲਾਂ ਕਰਨ ਵਾਲੇ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਉਸ ਦਿਨ ਟਰੈਕਟਰ ਪਰੇਡ 'ਚ ਸ਼ਾਮਿਲ ਨਹੀਂ ਸੀ ਤੇ 12 ਵਜੇ ਤਾਂ ਉਹ ਮੂਰਥਲ 'ਚ ਆਪਣੇ ਹੋਟਲ ਤੋਂ ਨਿਕਲਿਆ, ਜਿਹਦੇ ਬਾਅਦ ਹੀ ਲਾਲ ਕਿਲੇ ਤੇ ਪਹੁੰਚਿਆ ਜਿੱਥੇ ਉਦੋਂ ਤੱਕ ਝੰਡਾ ਲਹਿਰਾਇਆ ਗਿਆ ਸੀ। ਸਿੱਧੂ ਦੇ ਇਹਨਾਂ ਬਿਆਨਾਂ ਦਾ ਕੀ ਮਤਲਬ ਨਿਕਲਦਾ ਹੈ ਉਹ ਵੀ ਦੱਸਾਂਗੇ, ਪਰ ਪਹਿਲਾਂ ਜ਼ਰਾ ਐਮਪੀ ਬਿੱਟੂ ਦੀ ਗੱਲ ਸੁਣ ਲਓ ਜੋ ਦੀਪ ਸਿੱਧੂ ਦੇ ਇਸ ਐਫੀਡੇਵਿਟ ਦੇ ਉੱਪਰ ਭੜਕ ਉੱਠੇ ਨੇ। ਵੀ ਮੈਂ ਤਾਂ 12 ਵਜੇ ਤੱਕ ਉੱਥੇ ਸੀ, ਫਿਰ ਮੈਂ ਤਾਂ ਇੱਥੇ ਬਾਅਦ 'ਚ ਮਦਦ ਕਰਨ ਆਇਆ। ਤੁਹਾਨੂੰ ਕਿਹਨੇ ਕਿਹਾ ਸੀ ਪੁਲਿਸ ਦੀ ਮਦਦ ਕਰਨੀ ਜੀ? ਪੁਲਿਸ ਤਾਂ ਲੋਕਾਂ ਨੂੰ ਉਦੋਂ ਕੁੱਟ ਰਹੀ ਸੀ, ਮਾਰ ਰਹੀ ਸੀ, ਆਪਾਂ ਪੁਲਿਸ ਤੋਂ ਮਦਦ ਕਰਕੇ ਕੀ ਲੈਣਾ ਸੀ? ਇਸ ਕਰਕੇ ਇਹ ਗੱਲਾਂ ਜਿਹੜੀਆਂ ਕਿਤੇ ਨਹੀਂ ਕਰਨੀਆਂ ਬਣਦੀਆਂ। ਜਦੋਂ ਸ਼ੇਰਾਂ ਵਾਂਗੂ ਸਵੀਕਾਰ ਕਰੋ ਵੀ ਠੋਕ ਕੇ ਅਸੀਂ ਭਾਈ ਬੈਠੇ ਸੀ ਕਿਸਾਨਾਂ ਦੇ ਲਈ ਅਸੀਂ ਦਿੱਲੀ ਆਏ ਆ। ਦਿੱਲੀ 'ਚ ਅਸੀਂ ਜਿਹੜਾ ਹੈ ਉਹ ਝੰਡਾ ਖਾਲਸੇ ਦਾ ਲਹਿਰਾਇਆ। ਇਹ 'ਚ ਤਾਂ ਕੋਈ ਮਾੜੀ ਗੱਲ ਹੀ ਨਹੀਂ ਕੀਤੀ, ਨਾ ਕਿਸੇ ਪੁਲਿਸ ਨੇ ਕਿਹਾ ਤੁਹਾਨੂੰ ਤੁਸੀਂ ਇਹ ਕੋਈ ਮਾੜੀ ਗੱਲ ਕੀਤੀ ਆ। ਹਾਂ, ਜੇ ਕੋਈ ਬਾਹਰਲੀਆਂ ਤਾਰਾਂ ਜੁੜ ਰਹੀਆਂ ਹੈ, ਜੇ ਕੋਈ ਬਾਹਰੋਂ ਸਿਗਨਲ ਜੁੜ ਰਹੇ ਆ ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਖਰਾਬ ਕਰਾਉਣ ਨੂੰ ਕੁਝ ਕਰਵਾਇਆ ਜਿਹੜੀਆਂ ਬਾਹਰਲੀਆਂ ਏਜੰਸੀਜ਼ ਨੇ, ਫਿਰ ਉਹ ਵੱਖਰੀ ਗੱਲ ਆ। ਤਾਂ ਬਿੱਟੂ ਦੇ ਮੁਤਾਬਕ ਹੋ ਸਕਦਾ ਹੈ ਕਿ ਵਿਦੇਸ਼ੀ ਤਾਕਤਾਂ ਦੇ ਨਾਲ ਮਸਲੇ ਦੇ ਕੋਈ ਤਾਰ ਜੁੜ ਰਹੇ ਹੋਣ, ਇਸ ਲਈ ਦੀਪ ਸਿੱਧੂ ਜਿਹੇ ਯੂ-ਟਰਨ ਮਾਰ ਰਹੇ ਨੇ। ਪਰ ਉਹ ਫਿਰ ਵੀ ਸਲਾਹ ਦਿੰਦੇ ਨੇ ਕਿ ਦੀਪ ਸਿੱਧੂ ਆਪਣੀ ਕੀਤੀ ਤੇ ਡਟੇ ਰਹਿਣ, ਜਦਕਿ ਉਧਰ ਦੀਪ ਸਿੱਧੂ ਦੇ ਵੱਲੋਂ ਜੋ ਅਰਜ਼ੀ 'ਚ ਲਿਖਿਆ ਗਿਆ ਹੈ ਉਹ ਵਾਕਈ ਹੈਰਾਨ ਕਰਨ ਵਾਲਾ ਹੈ ਤੇ ਨਾਲ ਹੀ ਕਈ ਸਵਾਲ ਵੀ ਖੜੇ ਹੋ ਰਹੇ ਨੇ ਕਿ ਜਦੋਂ ਦਿੱਲੀ ਦੇ ਅੰਦਰ ਵੜਨ ਵਾਲੇ ਟਰੈਕਟਰ ਸਵੇਰੇ 8 ਵਜੇ ਨਿਕਲ ਗਏ ਤਾਂ ਦੀਪ ਸਿੱਧੂ 12 ਵਜੇ ਤੱਕ ਮੂਰਥਲ 'ਚ ਕੀ ਕਰ ਰਹੇ ਸਨ? ਜੇ ਟਰੈਕਟਰ ਪਰੇਡ 'ਚ ਸ਼ਾਮਿਲ ਨਹੀਂ ਹੋਏ ਤਾਂ ਇੰਨੀ ਭੀੜ ਵਿੱਚੋਂ ਦੀਪ ਸਿੱਧੂ ਲਾਲ ਕਿਲੇ ਤੇ ਕਿਵੇਂ ਪਹੁੰਚੇ? ਜੇ ਦੀਪ ਸਿੱਧੂ ਵਹਿਣ ਦਾ ਹਿੱਸਾ ਸੀ ਤਾਂ ਦਿੱਲੀ ਪੁਲਿਸ ਦੀ ਮਦਦ ਕਿਵੇਂ ਕਰਨ ਲੱਗੇ? ਇਹਨਾਂ ਸਵਾਲਾਂ ਦੇ ਜਵਾਬ ਤਾਂ ਖੈਰ ਦੀਪ ਸਿੱਧੂ ਹੀ ਜਾਣਦੇ ਨੇ, ਪਰ ਉਹਨਾਂ ਦੇ ਬਿਆਨ ਨੇ ਸਭ ਨੂੰ ਸ਼ਸ਼ੋ ਪੰਜ ਜ਼ਰੂਰ ਪਾ ਦਿੱਤਾ ਹੈ ਕਿ ਆਖਰਕਾਰ ਖੁੱਲ੍ਹ ਕੇ ਝੰਡਾ ਲਹਿਰਾਉਣ ਦੀ ਸਪੋਰਟ ਕਰਨ ਵਾਲੇ ਸਿੱਧੂ ਹੁਣ ਅਜਿਹੀਆਂ ਗੱਲਾਂ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ 'ਚ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੇਸ਼ ਦੀ ਮੋਦੀ ਸਰਕਾਰ ਤੇ ਤੰਜ ਕੱਸੇ ਤੇ ਕਿਹਾ ਕਿ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਬੀਜੇਪੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ।
पिछले 100 दिन से, लगभग 100 दिन हो गए, किसान दिल्ली के अलग अलग बॉर्डरों पर बैठे हैं, अपने परिवार सहित बैठे हैं, बच्चों सहित बैठे हैं। वो -2 डिग्री टेम्परेचर की ठंड में भी बैठे थे। अभी टेम्परेचर बढ़ रहा है, 50-55 तक जाएगा, तब भी बैठे रहेंगे, क्योंकि मैंने पार्लियामेंट में भी कहा था, किसान को मौसम से मत डराओ। वो जब पानी देता है अपने खेतों को दिसंबर में, तो उसके हाथ पैर नीले हो जाते हैं। उनको ठंड से मत डराओ, उसको गर्मी से मत डराओ। और सबसे बड़ी दुखदायक बात यह है कि उनको टैग कैसे दिए जा रहे हैं मोदी गवर्नमेंट की तरफ से। ये तो देशद्रोही हैं, ये तो माओवादी हैं, ये तो अर्बन नक्सली हैं, ये तो आतंकवादी आ गए। अरे टिकरी बॉर्डर पे, गाजीपुर बॉर्डर पे, सिंगू बॉर्डर पे जितने किसान बैठे हैं, उनमें से 80% के बेटे और भतीजे चीन और पाकिस्तान के बॉर्डर पर छाती ताने खड़े हैं देश की रक्षा करने के लिए। क्या आप उनके परिवारों को देशद्रोही बोलते हो? शर्म नहीं आती बीजेपी वालों? आपको शर्म करनी चाहिए इनको। मैं पंजाब की धरती से आया हूं, मैं जलियांवाला बाग की धरती से आया हूं, मैं शहीद आजम भगत सिंह की धरती से आया हूं, मैं शहीद उधम सिंह के शहर से आया हूं, और मैं मंगल पांडे की धरती को नमन करने आया हूं, जिसने 1857 में ऐसा गदर खड़ा किया, इस सरकार की जड़ें हिल गई थी। ये महापंचायत भी वही काम करने वाली है। इतिहास अपने आप को दोहराएगा। मैं जब आ रहा था संगरूर से बाया करनाल शामली, मुझे तो कोई फर्क नहीं पता चला। ਤੇ ਸੀ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।